दुख जाए। सतनाम श्री वाहेगुरु साहिब जी। सूही महला चौथा। हर हर नाम भजयो परखोतम। सब बिन से दालद दालगा। भौ जन्म मरना मिट्यो गुर सबदी। हर अस्थिर सेव सुख समगा। हर हर नाम भजयो पुरखोतम। सब बिन से दालद दालगा। भौ जन्म मरना मिट्यो गुर सबदी। हर अस्थिर सेव सुख समगा। मेरे मन भज राम नाम अत पिरगा। मैं मन तन अर्प धर्यो गुर आगे। सिर वेच लियो मुल महगा। मेरे मन भज राम नाम अत पिरगा। मैं मन तन अर्प धर्यो गुर आगे। सिर वेच लियो मुल महगा। रहाओ। वाहिगुरु जी का खालसा वाहिगुरु जी की फतेह। सतगुरु गरीब निवाज श्री गुरु ग्रंथ साहिब महाराज जी की पवित्र हजूरी अंदर अदब प्यार विच सजी गुरु सवारी गुरु रूप साध संगत गुरु साहिब जी ने बेअंत बख्शिश की है। अपनी निवाजी हुई धरती ते सानू सारियां नूं जुड़ बैठन दा सुभाग बख्शिया। सिੱਖੀ दे केंद्रीय स्थान सचखंड श्री हरमंदर साहिब जी तो बख्शिश होया गुरु का हुक्म। आप जी ने पहले दो बंद सरवण कीते है। साध संगत गुरुदेव पातशाह जी बाणी दे राही सानू आत्मक ताकत भी दिंदे आ। सानू गुरमत गाड़ी राह दे उत्ते चलण दी सोझी भी दिंदे है। सानू संसार दीयां अलामतां तो बचन दा उपदेश भी दिंदे है। जिंदगी दी हर औकड़ विचों किवें अपने आप नूं निर्वाह करना है, किवें अपने आप नूं साबित रखना है। सच्चे पातशाह जी दा शब्द सानू इस गल दी विवेकशीलता बख्शदा है। महाराज ने दया की साध संगत शब्द दी रहाओ दी पंक्ति आप जी ने सुनी। मेरे मन इत्थों शुरू किया जी, अपने आप तो, अपने निज तो। दूसरिਆਂ ਨੂੰ समझाउण तो पहला महाराज कहते अपने आप तो शुरू कर, निज तो शुरू कर। मेरे मन भज राम नाम अत पिरगा। अत प्यारा। दुनिया च बहुत कुछ सानू प्यारा लगता है, पर कई बार इदा हुंदा भी जिहड़ी चीज़ फिर मिलती है, फिर मिलती है, वो होर प्यारी लगती, होर प्यारी लगती है। कदी मापियां नूं
ਆਪਣੀ ਔਲਾਦ ਪਿਆਰੀ ਲੱਗਦੀ ਹੈ। ਤੇ ਅਸੀਂ ਇਹ ਵੀ ਸੁਣਦੇ ਹਾਂ ਹਕੀਕਤ ਸਮਾਜ ਦੀ ਕਿ ਫਿਰ ਉਸ ਤੋਂ ਵੀ ਇੱਕ ਪਿਆਰੀ ਚੀਜ਼ ਲੱਗਣ ਲੱਗ ਪੈਂਦੀ। ਅਸੀਂ ਕਹਿੰਦੇ ਹਾਂ ਹੁਣ ਦੋਤੇ ਪੋਤੇ ਜਿਹੜੇ ਆ ਉਹ ਨਾਨੇ ਦਾਦਿਆਂ ਨੂੰ ਉਹਦੇ ਤੋਂ ਵੀ ਜ਼ਿਆਦਾ ਪਿਆਰੇ ਲੱਗਦੇ ਆ। ਜਿਹੜੀ ਚੀਜ਼ ਅਜੇ ਮਿਲੀ ਹੈ ਪਹਿਲਾਂ ਉਹ ਪਿਆਰੀ ਲੱਗ ਰਹੀ ਹੈ, ਫਿਰ ਪਤਾ ਲੱਗਦਾ ਨਹੀਂ ਇਹਦੇ ਤੋਂ ਪਿਆਰੇ ਵੀ ਕੋਈ ਮਨ ਨੂੰ ਲੁਭਾਉਣ ਵਾਲੀ ਸਾਡੇ ਕੋਲ ਵਸਤਾਂ ਹੈਗੀਆਂ, ਜਦੋਂ ਉਹ ਮਿਲਦੀਆਂ ਫਿਰ ਹੋਰ ਪਿਆਰੀ ਲੱਗਦੀ। ਇਸੇ ਤਰ੍ਹਾਂ ਸਾਧ ਸੰਗਤ ਜੀ ਸਾਨੂੰ ਅਜੇ ਸੰਸਾਰ ਪਿਆਰਾ ਲੱਗ ਰਿਹਾ, ਜਿਹੜੀ ਮਨ ਨੂੰ ਮੋਹਣ ਵਾਲੀ ਰੱਬੀ ਰੰਗਤ ਹੈ ਅਜੇ ਉਹ ਮਿਲੀ ਨਹੀਂ। ਜਦੋਂ ਉਹ ਮਿਲੇਗੀ ਤੇ ਫਿਰ ਅੱਤ ਪਿਰਗਾ, ਵਾਹਿਗੁਰੂ ਜੀ ਦਾ ਨਾਮ ਅੱਤ ਪਿਆਰਾ ਲੱਗੇਗਾ। ਮੈਂ ਮਨ ਤਨ ਅਰਪ ਧਰਿਓ ਗੁਰੇ ਆਗੈ, ਸਿਰ ਵੇਚਿਓ, ਸਿਰ ਵੇਚ ਲਿਓ ਮੁੱਲ ਮਹਿੰਗਾ, ਸਿਰ ਵੇਚ ਲਿਓ। ਸਿੱਖ ਗੁਰੂ ਦੇ ਨਾਲ ਸੌਦਾ ਕਰਦਾ ਜੀ। ਸਤਿਗੁਰ ਆਗੈ ਸੀਸ ਭੇਟ ਦਿਓ। ਇੱਥੇ ਬੜਾ ਪਿਆਰਾ ਬਚਨ ਕਿਹਾ ਕਿ ਮੁੱਲ ਮਹਿੰਗਾ। ਸਿਰ ਤੇ ਹੋਰ ਵੀ ਕਈ ਥਾਵਾਂ ਤੇ ਲੋਕ ਰੱਖਦੇ ਆ, ਉਸ ਸਿਰ ਦਾ ਕੌਡੀ ਮੁੱਲ ਨਹੀਂ ਪੈਂਦਾ ਸਾਧ ਸੰਗਤ, ਜਿਹੜਾ ਥਾਂ ਥਾਂ ਤੇ ਟਿਕ ਰਿਹਾ, ਜਿਹੜਾ ਥਾਂ ਥਾਂ ਤੇ ਝੁਕ ਰਿਹਾ। ਜੇ ਕੀਮਤ ਪੈਣੀ ਹੈ ਸਿਰ ਦੀ, ਮੁੱਲ ਮਹਿੰਗਾ ਵਿਕਣਾ ਤੇ ਉਹ ਫਿਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਵਿਕਦਾ ਹੈ। ਸਿਰ ਦੇ ਕੇ ਗੁਰੂ ਨੂੰ ਹੀ ਖਰੀਦ ਲਿਆ, ਗੁਰੂ ਨੂੰ ਹੀ ਵਸ ਵਿੱਚ ਕਰ ਲਿਆ ਸਾਧ ਸੰਗਤ। ਤੇ ਗੁਰੂ ਨੂੰ ਆਖਣਾ ਪਿਆ ਸਤ ਖਾਲਸਾ ਮੇਰੋ ਰੂਪ ਹੈ ਖਾਸ। ਅੱਜ ਸਿਰ ਦੇਣ ਵਾਲਿਆਂ ਦੀ ਵਿਥਿਆ ਸ਼ੁਰੂ ਹੁੰਦੀ ਹੈ। ਖਾਲਸਾ ਪੰਥ ਜੀ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ। ਸਾਰੀ ਦੁਨੀਆ ਦਾ ਇਤਿਹਾਸ ਆਪੋ ਆਪਣੀ ਜਗ੍ਹਾ ਬੜਾ ਮਾਣ ਕਰਨਯੋਗ ਹੋਏਗਾ, ਸਾਰਿਆਂ ਵਾਸਤੇ ਬੜਾ ਆਦਰ ਤੇ ਸਨਮਾਨਯੋਗ ਹੋਏਗਾ। ਪਰ ਜੇ ਸਾਰੀ ਦੁਨੀਆ ਦੇ ਇਤਿਹਾਸ ਦੀ ਤੁਲਨਾ ਉੱਤੇ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ 7 ਦਿਨਾਂ ਦੀ ਚਰਚਾ ਕਰੀਏ ਤੇ ਸਾਰੀ ਕਾਇਨਾਤ ਵਿੱਚੋਂ ਇਹਦੇ ਤੁਲ, ਇਹਦੇ ਬਰਾਬਰ ਕੁਝ ਦੂਸਰਾ ਨਹੀਂ ਮਿਲਦਾ ਜੀ। 6 ਪੋਹ ਅੱਜ ਦਾ ਦਿਨ, 6 ਪੋਹ ਤੋਂ 13 ਪੋਹ ਤੱਕ ਦੀ ਵਿਥਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਬੰਸ ਕੁਰਬਾਨ ਕਰਵਾ ਦਿੱਤਾ, ਸਭ ਕੁਝ ਨਿਸ਼ਾਵਰ ਕਰ ਦਿੱਤਾ ਜੀ। ਸਿਰ ਦੇਣ ਵਾਲਿਆਂ ਤੋਂ ਆਪਣੀਆਂ ਖੁਸ਼ੀਆਂ, ਆਪਣਾ ਘਰ, ਆਪਣੀ ਸੰਤਾਨ, ਆਪਣੇ ਸੁੱਖ, ਆਪਣੀਆਂ ਹਸਰਤਾਂ, ਆਪਣਾ ਨਿੱਜ, ਆਪਣਾ ਅਧਿਕਾਰ, ਆਪਣਾ ਰੂਪ, ਆਪਣਾ ਸਭ ਕੁਝ ਨਿਸ਼ਾਵਰ ਕਰ ਦਿੱਤਾ। ਐਵੇਂ ਨਹੀਂ ਮਹਿੰਗੇ ਮੁੱਲ ਮਹਾਰਾਜ ਕਹਿੰਦੇ ਸਿਰ ਵੇਖਦਾ ਸਿੱਖ ਦਾ। ਮੇਰਿਆ ਮਨਾ ਗੁਰੂ ਨਾ ਵਿਸਰੇ, ਤੇ ਗੁਰੂ ਕੋਲ ਆਈ ਬੜੀ ਕੀਮਤ ਪੈਂਦੀ ਹੈ ਸਿਰ ਦੀ। ਜਿੱਦਣ ਤੂੰ ਗੁਰੂ ਦੇ ਚਰਨਾਂ 'ਚ ਸਿਰ ਟਿਕਾ ਦਿੱਤਾ, ਗੁਰੂ ਤੈਨੂੰ ਤੇਰੇ ਸਿਰ ਦੇ ਬਦਲੇ ਆਪਣਾ ਸਾਰਾ ਕੁਝ ਨਿਸ਼ਾਵਰ ਕਰ ਦੇਗਾ। ਤੇ ਸਿਰ ਸੌਂਪਣ ਵਾਲਿਆਂ ਨੂੰ ਆਪਾ ਸੌਂਪ ਕੇ ਉਹਨੇ ਆਖਿਆ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ। ਖਾਲਸਾ ਮੇਰੀ ਜਾਨ ਕੀ ਜਾਨ, ਮੁੱਲ ਮਹਿੰਗਾ ਸਿਰ ਵਿਕਿਆ ਜੀ। ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਨ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਕਹੀਅਤ ਬਿਰਦ, ਖਾਲਸਾ ਮੇਰੋ ਇਸ਼ਟ ਸਿਹਰਦ। ਇਹਦੇ ਤੋਂ ਅੱਗੇ ਇੰਤਹਾ ਹੋ ਗਈ ਸਾਧ ਸੰਗਤ, ਜਦੋਂ ਮਹਾਰਾਜ ਕਹਿੰਦੇ ਹਉ ਖਾਲਸੇ ਕਾ ਖਾਲਸਾ ਮੇਰੋ। ਆਪ ਕੱਲਾ ਤੂੰ ਹੀ ਨਹੀਂ ਸਿਰ ਦਿੱਤਾ, ਗੁਰੂ ਕਹਿੰਦੇ ਮੈਂ ਆਪਣਾ ਆਪ ਤੈਨੂੰ ਦੇ ਦਿੱਤਾ। ਮਹਿੰਗੇ ਮੁੱਲ ਸਿਰ ਦੀ ਕੀਮਤ ਕੀ ਪਈ ਜੀ, ਕਿ ਤੂੰ ਸੀਸ ਭੇਟ ਕੀਤਾ। ਸਤਿਗੁਰੇ ਆਗਿਆ ਸੀਸ ਭੇਟ ਦਿਓ, ਜੇ ਸਤਿਗੁਰ ਸਾਚੇ ਭਾਵ ਹੈ ਤੇ ਹਜ਼ੂਰ ਕਹਿੰਦੇ ਤੂੰ ਸੀਸ ਭੇਟ ਦੇ, ਮੈਂ ਆਪਣਾ ਆਪਾ ਤੈਨੂੰ ਦੇ ਦਿਆਂਗਾ, ਮੈਂ ਆਪਣਾ ਤੇਜ ਪ੍ਰਤਾਪ ਤੈਨੂੰ ਦੇ ਦਿਆਂਗਾ, ਮੈਂ ਆਪਣਾ ਬਲ ਤੈਨੂੰ ਦੇ ਦਿਆਂਗਾ। ਪਰ ਸੀਸ ਭੇਟ ਦਾ ਮਤਲਬ ਹੈ ਆਪਣੀ ਬੁੱਧੀ ਗੁਰੂ ਦੇ ਚਰਨਾਂ 'ਚ, ਆਪਣੀ ਮਤ, ਚੰਚਲਤਾ, ਚਤੁਰਾਈ, ਸਭ ਕੁਝ ਗੁਰੂ ਦੇ ਚਰਨਾਂ 'ਚ ਸੌਂਪ ਕੇ ਗੁਰੂ ਕੋਲੋਂ ਵਿਵੇਕਤਾ ਲੈਣੀ, ਗੁਰੂ ਕੋਲੋਂ ਸੋਝੀ ਲੈਣੀ, ਆਤਮ ਗਿਆਨ ਲੈਣਾ, ਗੁਰੂ ਕੋਲੋਂ ਜਿਉਣ ਦਾ ਢੰਗ ਲੈਣਾ, ਜਿਹਨੂੰ ਸਤਿਗੁਰੂ ਜੀ ਨੇ ਰਹਿਤ ਕਿਹਾ।
ਤੇ ਜਿੱਦਣ ਰਹਿਤ ਰਾਹੀਂ ਰਹਿਣਾ ਸਿੱਖ ਲਏਗਾ ਉਦਣ ਸਤਿਗੁਰੂ ਕਹਿੰਦੇ ਮੈਂ ਆਪਣਾ ਸਾਰਾ ਕੁਝ ਤੈਨੂੰ ਦੇ ਦਿਆਂਗਾ। ਤੂੰ ਤੇ ਸਿਰ ਦਿੱਤਾ, ਮੈਂ ਆਪਣਾ ਸਰਬੰਸ ਵੀ ਤੈਨੂੰ ਦੇ ਦਿਆਂਗਾ, ਮੈਂ ਆਪਣਾ ਨਿਜ ਵੀ ਤੈਨੂੰ ਦੇ ਦਿਆਂਗਾ। ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਲਗ ਖਾਲਸਾ ਰਹਿ ਨਿਆਰਾ। ਸੀਸ ਦੇਣ ਦਾ ਅਰਥ ਹੈ ਕਿ ਜੋ ਸੋਚਦਾ ਉਹ ਗੁਰੂ ਦੇ ਅਨੁਕੂਲ ਸੋਚਦਾ, ਜੋ ਕਮਾਵਾਂ ਉਹ ਗੁਰੂ ਦੇ ਅਨੁਕੂਲ ਕਮਾਵਾਂ, ਜੋ ਬੋਲਾਂ, ਜੋ ਕਮਾਵਾਂ, ਜੋ ਤੁਰਾਂ, ਜੋ ਹਰਕਤ ਹੋਵੇ, ਅੱਖਾਂ ਦਾ ਤੱਕਣਾ, ਜੀਭ ਦਾ ਬੋਲਣਾ, ਹੱਥਾਂ ਦੀ ਹਰਕਤ, ਪੈਰਾਂ ਦਾ ਚੱਲਣਾ, ਜਿਹਨ ਦੇ ਫੁਰਨੇ, ਸਿਰ ਭੇਟ ਕੀਤਾ ਤੇ ਸਭ ਕੁਝ ਗੁਰੂ ਦੇ। ਸਿਰ ਉਹ ਸੋਚੇ ਜੋ ਗੁਰੂ ਕਹਿ ਰਿਹਾ। ਤੇ ਜਿੱਦਣ ਸਿਰ ਗੁਰੂ ਦੇ ਘਰ ਪ੍ਰਵਾਨ ਚੜ ਗਿਆ, ਜੇ ਸਤਿਗੁਰ ਸਾਚੇ ਭਾਵ ਹੈ, ਉਦਣ ਗੁਰੂ ਕਹਿੰਦਾ ਮੈਂ ਸਾਰਾ ਕੁਝ ਤੈਨੂੰ ਦੇ ਦਿਆਂਗਾ। ਤਬ ਲਗ ਤੇਜ ਦਿਓ ਮੈਂ, ਗੱਜ ਕੇ ਕਹੋ ਤੇਜ ਦਿਓ ਮੈਂ ਸਾਰਾ, ਟੋਟਲ। ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਤੇਜ ਦਾ ਪਾਰਾਵਾਰ ਹੈ, ਕਿੰਨਾ ਕੁ ਜਲਾਲ ਹੋਏਗਾ, ਕਿੰਨਾ ਕੁ ਨੂਰ ਹੋਏਗਾ, ਕਿੰਨਾ ਕੁ ਪ੍ਰਤਾਪ ਹੋਏਗਾ, ਉਹ ਮੈਂ ਤੈਨੂੰ ਦਿੱਤਾ। ਹਉ ਖਾਲਸੇ ਕਾ ਖਾਲਸਾ ਮੇਰੋ, ਭੇਦ ਹੀ ਖਤਮ ਕਰ ਦਿੱਤਾ ਜੀ, ਵਖਰੇਵਾਂ ਹੀ ਖਤਮ ਕਰ ਦਿੱਤਾ। ਓਤ ਪੋਤ ਮਿਕਸ ਹੋ ਗਏ, ਰਲ ਮਿਲ ਗਏ। ਓਤ ਪੋਤ ਸਾਗਰ ਬੰਦੇਰੋ, ਮੈਂ ਮਨ ਤਨ ਅਰਪ ਧਰਿਓ ਗੁਰੇ ਆਗੈ, ਸਿਰ ਵੇਚ ਦੀ ਲਿਓ ਮੁੱਲ ਮਹਿੰਗਾ। ਮਨ ਵੀ ਸੌਂਪ ਦਿੱਤਾ ਤੇ ਤਨ ਵੀ ਸੌਂਪ ਦਿੱਤਾ। ਤੇ ਮੈਨੂੰ ਖੁਸ਼ੀ ਹੈ ਕਿ ਜਿਹਦੇ ਚਰਨਾਂ 'ਚ ਮੈਂ ਸਿਰ ਰੱਖਿਆ ਉਹਦੇ ਘਰ ਮੇਰੇ ਸਿਰ ਦੀ ਕੀਮਤ ਬੜੀ ਪਈ ਹੈ। ਉਹਨੇ ਆਪਾ ਮੈਨੂੰ ਦੇ ਦਿੱਤਾ, ਉਹਨੇ ਤੇਜ਼ ਕਰਾਰਾ ਮੈਨੂੰ ਦੇ ਦਿੱਤਾ, ਉਹਨੇ ਆਪਣਾ ਅਧਿਕਾਰ ਵੀ ਮੈਨੂੰ ਦੇ ਦਿੱਤਾ। ਮੈਂ ਸਿਰ ਦਿੱਤਾ ਤੇ ਉਹਨੇ ਪੰਜਾਂ ਨੂੰ ਕਿਹਾ ਅੱਜ ਤੋਂ ਤੁਸੀਂ ਖਾਲਸਾ, ਪੰਥ ਨੂੰ ਕਿਹਾ ਤੁਸੀਂ ਖਾਲਸਾ, ਤੇ ਤੁਹਾਡੇ ਵਿੱਚੋਂ 5 ਚੁਣ ਕੇ ਮੇਰਾ ਅਧਿਕਾਰ ਤੁਸੀਂ ਵਰਤੋਗੇ। ਅੱਜ ਤੋਂ ਤੁਸੀਂ ਖੰਡੇ ਦੀ ਪਹੁਲ ਦਿਓਗੇ, ਤੁਸੀਂ ਕਿਸੇ ਨੂੰ ਸਿੱਖ ਬਣਾਓਗੇ, ਤੁਸੀਂ ਕਿਸੇ ਨੂੰ ਦੀਕਸ਼ਤ ਕਰੋਗੇ। ਅੱਜ ਤੋਂ ਗੋਬਿੰਦ ਸਿੰਘ ਇਹ ਅਧਿਕਾਰ ਨਹੀਂ ਰੱਖਦਾ, ਇਹ ਅਧਿਕਾਰ ਵੀ ਮੈਂ ਤੁਹਾਨੂੰ ਦੇ ਦਿੱਤਾ ਜਿਨ੍ਹਾਂ ਨੇ ਸਿਰ ਦਿੱਤਾ। ਦੁਨੀਆ ਦੇ ਉੱਤੇ ਹੈ ਕਿਤੇ ਐਸੀ ਕਦਰ ਜੀ ਕਿ ਸਾਰੀਆਂ ਕੁੰਜੀਆਂ ਹੀ ਫੜਾ ਦਿੱਤੀਆਂ, ਚੁੱਕੋ ਜੀ। ਬਸ ਸ਼ਰਤ ਇਹ ਹੈ ਕਿ ਸਿਰ ਚੁੱਕੀ ਨਾ, ਸਿਰ ਟਿਕਾ ਦੇਂ। ਅਸੀਂ ਕਹਿੰਦੇ ਹਾਂ ਮੱਥਾ ਟੇਕਣਾ, ਟਿਕ ਜਾਏ, ਚੁੱਕ ਕੇ ਵਾਪਸ ਨਾ ਲੈ ਜਾਈਏ ਜੀ। ਹੱਡ ਮਾਸ ਦਾ ਲੋਥੜਾ ਹੀ ਨਹੀਂ, ਸੋਚ ਕਰਕੇ, ਕਿਉਂਕਿ ਸਿਰ 'ਚ ਸਾਡੀ ਸੋਚ ਹੈ। ਬਹੁਤ ਪਿਆਰਾ ਬਚਨ ਬਖਸ਼ਿਸ਼ ਹੋਇਆ। ਅੱਜ ਮੇਰੇ ਕਲਗੀਆਂ ਵਾਲੇ ਪਾਤਸ਼ਾਹ, ਸੰਖੇਪ ਜੀ ਗੱਲ ਕਰਾਂਗਾ। ਸ਼ਹੀਦੀ ਦਾ ਸਫ਼ਰ ਸ਼ੁਰੂ ਹੋ ਗਿਆ, ਸਫ਼ਰ-ਏ ਸ਼ਹਾਦਤ। ਕੱਲ ਤੋਂ ਸਫ਼ਰ-ਏ ਸ਼ਹਾਦਤ ਦੀ ਲੜੀ ਜਿਹੜੀ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਹੈ ਉਹ ਆਰੰਭ ਹੋਣੀ ਹੈ। ਤੁਸੀਂ ਲਾਹੇ ਲੈਣੇ। ਮੈਂ ਧੰਨਵਾਦੀ ਹਾਂ ਖਾਸ ਤੌਰ ਤੇ ਸੰਸਥਾ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਔਰ ਖਾਸ ਕਰਕੇ ਸਤਿਕਾਰਯੋਗ ਸਿੰਘ ਸਾਹਿਬ ਦਾ, ਜਿਨ੍ਹਾਂ ਨੇ ਆਵਾਜ਼ ਦੇ ਕੇ ਇੱਕ ਦਿਨ ਦਿੱਤਾ ਤਾਂ ਕਿ ਮੈਂ ਗੁਰੂ ਲਾਲਾਂ ਦੀ ਸ਼ਹੀਦੀ ਦੀ ਬਾਤ ਤੁਹਾਡੇ ਨਾਲ ਸਾਂਝੀ ਕਰ ਸਕਾਂ। ਫਿਰ ਰੁਝੇਵਾਂ ਉੱਥੇ ਹੋ ਜਾਂਦਾ। ਤੋ ਥੋੜੇ ਜਿਹੇ ਸੁਰਤ ਨੂੰ ਟਿਕਾ ਕੇ ਨਾ ਆਓ ਸਮਝਣ ਦਾ ਯਤਨ ਕਰੀਏ। ਸਤਿਗੁਰੂ ਜੀ ਦਾ ਸ਼੍ਰੀ ਅਨੰਦਪੁਰ ਸਾਹਿਬ ਛੱਡਣਾ ਅੱਜ 6 ਪੋਹ। ਪੈਰ ਕੂ ਰਾਤ ਗੁਜ਼ਰੀ ਸੀ ਜਦੋਂ ਮਹਾਰਾਜ ਨੇ ਅਨੰਦਪੁਰ ਸਾਹਿਬ ਛੱਡਿਆ। ਕਿਉਂ ਛੱਡਿਆ? ਇਹ ਬੜਾ ਅਹਿਮ ਸਵਾਲ ਹੈ। ਕੁਝ ਨੇ ਕਿਹਾ ਕਿ ਸਤਿਗੁਰੂ ਜੀ ਦੇ ਨਾਲ ਝੂਠੇ ਵਾਅਦੇ ਕਰਕੇ ਕਸਮਾਂ ਖਾ ਕੇ ਧੋਖਾ ਹੋ ਗਿਆ। ਕੁਝ ਨੇ ਕਲਪਨਾ ਕੀਤੀ ਕਿ ਅੰਦਰ ਭੋਜਨ ਰਾਸ਼ਨ ਮੁੱਕ ਗਿਆ ਸੀ, 8 ਮਹੀਨੇ ਦੇ ਘੇਰੇ 'ਚ ਮਜਬੂਰੀ ਨੂੰ ਛੱਡਣਾ ਪਿਆ। ਨਹੀਂ ਗੁਰਮੁਖੋ, ਨਾ ਤੇ ਮੇਰਾ ਗੁਰੂ ਛਲਿਆ ਜਾਂਦਾ ਤੇ ਨਾ ਮੇਰਾ ਗੁਰੂ ਲਾਚਾਰ ਤੇ ਬੇਵੱਸ ਹੈ ਜਿਹੜਾ ਮਜਬੂਰੀ ਨੂੰ ਅਨੰਦਪੁਰ ਸਾਹਿਬ ਛੱਡ ਦੇ। ਜਿਹਦੇ ਥਾਪੜੇ ਦੇ ਨਾਲ ਬੰਦੇ ਹਾਥੀਆਂ ਦਾ ਮੁਕਾਬਲਾ ਕਰ ਜਾਂਦੇ ਆ, ਉਸ ਸਤਿਗੁਰੂ ਜੀ ਨੂੰ ਕੌਣ ਮਜਬੂਰ ਕਰ ਸਕਦਾ ਜੀ? ਜਿਹਦੀ ਬਖਸ਼ਿਸ਼ ਦੇ ਨਾਲ 1.5 ਲੱਖ ਫੌਜ ਦੇ ਮੁਖੀ ਦਾ ਸਿਰ ਵੱਢ ਕੇ ਭਾਈ ਉਦੇ ਸਿੰਘ ਲਿਆ ਕੇ ਚਰਨਾਂ 'ਚ ਰੱਖ ਦਿੰਦੇ ਆ। ਕਲਾ ਵਰਤਾਉਣ ਵਾਲੇ ਸਤਿਗੁਰੂ, ਜਿਹੜਾ ਘਟ ਘਟ ਕੇ ਅੰਤਰ ਕੀ ਜਾਣਤ ਬਿਨ ਬੋਲਿਆਂ
ਸਭ ਕੁਛ ਜਾਣਦਾ, ਉਹਨੂੰ ਕੌਣ ਛੱਡ ਸਕਦਾ ਜੀ। ਬਸ ਵੇਖਣ ਵਾਲੀ ਗੱਲ ਇਹ ਹੈ ਕਿ ਜਿਹਨੂੰ ਅਸੀਂ ਕਸਮਾਂ ਕਹਿ ਰਹੇ ਹਾਂ, ਉਹ ਸਰਕਾਰੀ ਅਹਿਦ ਨਹੀਂ ਸੀ ਕਿ ਤੁਸੀਂ ਆਨੰਦਪੁਰ ਸਾਹਿਬ ਛੱਡੋ ਤੇ ਅਸੀਂ ਹਮਲਾ ਨਹੀਂ ਕਰਾਂਗੇ। ਉਹ ਸਰਕਾਰੀ ਅਹਿਦਨਾਮਾ ਨਹੀਂ ਸੀ ਤੇ ਨਾ ਕੋਈ ਸਰਕਾਰੀ ਕਾਸਦ ਲੈ ਕੇ ਆਇਆ ਸੀ, ਉਮਰਾਵ ਲੈ ਕੇ ਆਇਆ ਸੀ, ਨਹੀਂ ਭਾਈ। ਉਹ ਧਰਮ ਦੇ ਚਿੰਨ੍ਹ ਲੈ ਕੇ ਧਾਰਮਿਕ ਲੋਕ ਆਏ ਸਨ। ਉਸੇ ਤਰ੍ਹਾਂ ਜਿਵੇਂ ਪਿਰਤਾਂ ਦੇ ਅਨੁਸਾਰ ਹਾਕਮ ਲੋਕ ਧਰਮ ਤੇ ਧਾਰਮਿਕ ਲੋਕਾਂ ਨੂੰ ਵਰਤਦੇ ਆ, ਉਦਾਂ ਹੀ ਵਰਤਿਆ ਸੀ ਉਹਨਾਂ ਰਾਜਿਆਂ ਨੇ ਵੀ, ਉਹਨਾਂ ਮੁਗਲਾਂ ਨੇ ਵੀ। ਆਟੇ ਦੀ ਗਊ, ਸਾਲਗ੍ਰਾਮ, ਪੱਥਰ ਪੰਮਾ ਪਰੋਤ ਥਾਲੀ 'ਚ ਰੱਖ ਕੇ ਲਿਆਇਆ, ਕੁਰਾਨ ਪਾਕ, ਕੁਰਾਨ ਮਜੀਦ, ਕਾਜੀ ਪਕੜ ਕੇ ਲਿਆਇਆ ਤੇ ਦੋ ਧਰਮ ਚਿੰਨ੍ਹ ਦੋਨੋਂ ਹੀ ਅੱਗੇ ਕਰਕੇ ਨਾ ਮੁਗਲਾਂ ਵੱਲੋਂ ਤੇ ਪਹਾੜੀ ਰਾਜਿਆਂ ਵੱਲੋਂ ਦੋਨੋਂ ਹਾਜ਼ਰ ਹੋਏ। ਧਰਮ ਚਿੰਨ੍ਹ ਅੱਗੇ ਕਰਕੇ ਤੇ ਵਾਸਤਾ ਪਾ ਕੇ, ਧਰਮ ਦਾ ਇਹਨਾਂ ਚਿੰਨ੍ਹਾਂ ਦਾ ਵਾਸਤਾ ਪਾ ਕੇ ਕਹਿੰਦੇ ਆ ਕਿ ਸਾਡੀ ਪੱਤ ਰਹਿ ਜਾਏਗੀ, ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਛੱਡ ਦਿਓ। ਹੁਣ ਧਾਰਮਿਕ ਲੋਕ ਕਿਉਂ ਆਏ ਤੇ ਧਰਮ ਦੇ ਚਿੰਨ੍ਹ ਕਿਉਂ ਆਏ? ਕਿਉਂਕਿ ਇੱਕ ਤਰਲਾ ਸੀ, ਅਹਿਦਨਾਮਾ ਨਹੀਂ ਸੀ, ਇੱਕ ਵਾਸਤਾ ਸੀ। ਤੇ ਮੇਰੇ ਸਤਿਗੁਰੂ ਜੀ ਨੇ ਧਰਮ ਚਿੰਨ੍ਹਾਂ ਨੂੰ ਨਕਾਰਿਆ ਨਹੀਂ। ਹਾਲਾਂਕਿ ਵਰਤਣ ਵਾਲੇ ਤੇ ਨਿਰਾਦਰ ਕਰ ਰਹੇ ਸੀ, ਉਹਨਾਂ ਦੇ ਅੰਦਰ ਕੋਈ ਸਤਿਕਾਰ ਨਹੀਂ ਸੀ। ਭਾਵੇਂ ਉਹ ਹਿੰਦੂ ਪਹਾੜੀ ਰਾਜੇ ਸਨ, ਭਾਵੇਂ ਉਹ ਮੁਗਲ ਸ਼ਾਸਕ ਸਨ, ਉਹਨਾਂ ਦੇ ਅੰਦਰ ਕੋਈ ਸਨਮਾਨ ਨਹੀਂ ਸੀ, ਉਹ ਸਿਰਫ ਵਰਤ ਰਹੇ ਸੀ। ਪਰ ਜਿਸ ਘਰ ਦਾ ਬਿਰਧੀ ਹੋਵੇ ਕਿ ਕਿਸੇ ਦਾ ਵੀ ਧਰਮ ਚਿੰਨ੍ਹ ਹੋਵੇ, ਉਹਦਾ ਨਿਰਾਦਰ ਨਹੀਂ ਹੋਣ ਦੇਣਾ। 9 ਵਰ੍ਹਿਆਂ ਦੀ ਉਮਰ 'ਚ ਪਿਤਾ ਜੀ ਨੂੰ ਭੇਜਿਆ। ਅੱਜ ਮੇਰੇ ਪਾਤਸ਼ਾਹ ਕਿਵੇਂ ਨਕਾਰ ਦਿੰਦੇ? ਉਦੋਂ ਵੀ ਕੀਮਤ ਅਦਾ ਕੀਤੀ ਸੀ ਧਰਮ ਚਿੰਨ੍ਹਾਂ ਦਾ, ਕਿਸੇ ਦੇ ਧਰਮ ਚਿੰਨ੍ਹਾਂ ਦਾ। ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ, ਸਨਮਾਨ ਕਾਇਮ ਰੱਖਣ ਲਈ ਅੱਜ ਵੀ ਕੀਮਤ ਅਦਾ ਕਰਨ ਲਈ ਤਿਆਰ ਨੇ। ਮਹਾਰਾਜ ਨੇ ਬਚਨ ਕੀਤਾ ਅੱਜ ਦੁਪਹਿਰ ਵੇਲੇ ਕਿ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਕੂਚ ਕਰਾਂਗੇ। 1704 ਅੱਜ ਦਾ ਦਿਨ ਸੁਰਤ ਨੂੰ ਕਿਲਾ ਆਨੰਦਗੜ੍ਹ ਸਾਹਿਬ ਲੈ ਕੇ ਜਾਇਓ। ਸ਼ਾਮਾਂ ਦਾ ਵੇਲਾ, ਕਲਗੀਧਰ ਪਿਤਾ ਜੀ ਨੇ ਆਖਰੀ ਸ਼ੋਅ ਆਪਣੇ ਚਰਨਾਂ ਦੀ ਸਰੀਰ ਕਰਕੇ, ਕਾਇਆ ਕਰਕੇ ਆਨੰਦਪੁਰ ਦੀਆਂ ਗਲੀਆਂ ਨੂੰ ਬਖਸ਼ਿਸ਼ ਕੀਤੀ ਹੈ। ਤੇ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਜੋ ਸੀਸ-ਗੰਜ ਸਾਹਿਬ, ਜਿੱਥੇ ਸੀਸ ਦਾ ਸੰਸਕਾਰ ਹੋਇਆ ਸੀ, ਸ਼੍ਰੀ ਅਨੰਦਪੁਰ ਸਾਹਿਬ, ਉੱਥੇ ਪਹੁੰਚੇ। ਕਰਤਾ ਪੁਰਖ ਵਾਹਿਗੁਰੂ ਦਾ ਧਿਆਨ ਧਰਿਆ, ਅਰਦਾਸ ਕੀਤੀ, 3 ਪ੍ਰਕਰਮਾਂ ਕੀਤੀਆਂ ਤੇ ਸਿੱਖਾਂ ਨੂੰ ਮੁਖਾਤਬ ਹੋ ਕੇ ਕਿਹਾ, ਕੌਣ ਸੇਵਾ ਸੰਭਾਲੇਗਾ? ਭਾਈ ਗੁਰਬਖਸ਼ ਜੀ ਨੇ ਸੇਵਾ ਝੋਲੀ 'ਚ ਪਵਾਈ ਸਾਧ ਸੰਗਤ। ਮਹਾਰਾਜ ਨੇ ਕਾਫਲਾ ਤਿਆਰ ਕੀਤਾ ਤੇ ਅੱਜ ਸ਼ਾਮ ਅੱਲਾ ਯਾਰ ਖਾਂ ਜੋਗੀ, ਮੈਨੂੰ ਐਂ ਲੱਗਦਾ ਕਿ ਗੁਰੂ ਸਾਹਿਬ ਤੇ ਸਾਹਿਬਜ਼ਾਦਿਆਂ ਦੀ ਕੀਰਤੀ ਕਰਨ ਵਾਲਾ ਉਹ ਮਹਾਂਪੁਰਖ ਅਮਰ ਹੋ ਗਿਆ। ਜਿਨੇ ਵੀ ਜਸ ਕੀਤਾ ਨਾ ਜੀ, ਜਿਨੇ ਵੀ ਵਡਿਆਈ ਕੀਤੀ ਉਸ ਰੱਬ ਦੀ, ਕਲਗੀਆਂ ਵਾਲੇ ਸਾਹਿਬ ਦੀ, ਅਮਰ ਹੋ ਗਿਆ। ਤੇ ਜਦੋਂ ਅਸੀਂ ਗੁਰੂ ਲਾਲਾਂ ਦਾ, ਸਤਿਗੁਰ ਜੀ ਦਾ ਜ਼ਿਕਰ ਕਰਦੇ ਹਾਂ, ਉਸ ਪਿਆਰੀ ਆਤਮਾ ਨੂੰ ਯਾਦ ਕਰਦੇ ਹਾਂ ਜਿਹਨੂੰ ਮੁਤੱਸਬੀਆਂ ਨੇ ਆਪਣੇ ਧਰਮ ਚੋਂ ਛੇਕ ਦਿੱਤਾ ਸੀ ਤੇ ਬਾਰ-ਬਾਰ ਆਖਿਆ ਸੀ, ਇੱਕ ਵਾਰ ਕਹਿ ਦੇ ਕਿ ਜੋ ਤੂੰ ਕਹਿੰਦਾ ਨਾ, ਇਨਸਾਫ ਕਰੇ ਜ਼ਮਾਨਾ ਤੋਂ ਯਕੀਨ ਹੈ, ਕਹਿ ਦੇ ਕਿ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ। ਜੋਗੀ ਨੇ ਕਿਹਾ, ਸਾਰੀ ਦੁਨੀਆ 'ਚ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤੇਰੇ ਵਰਗਾ ਦੂਸਰਾ ਕੋਈ ਨਹੀਂ। ਮੁਤੱਸਬੀ ਕਹਿੰਦੇ, ਇਹ ਗੱਲ ਕਹਿ ਦੇ ਕਿ ਮੈਂ ਝੂਠ ਆਖੀ ਹੈ, ਤੈਨੂੰ ਜੰਨਤ ਨਸੀਬ ਹੋ ਜਾਏਗੀ। ਤੇ ਉਸ ਪਿਆਰੇ ਨੇ ਲਾਹੌਰ ਦੇ ਅਨਾਰਕਲੀ ਬਾਜ਼ਾਰ ਦੇ ਇੱਕ ਕੋਠੇ 'ਚ ਪਏ ਨੇ ਕਿਹਾ ਸੀ, ਭੋਲਿਓ, ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਇਸ਼ਕ ਤੋਂ ਲੱਖਾਂ ਜੰਨਤ ਕੁਰਬਾਨ ਕਰ ਸਕਦਾ। ਮੈਨੂੰ ਜੰਨਤ ਤੇ ਦੋਜ਼ਖ ਦਾ ਖੌਫ ਤੇ ਲਾਲਚ ਨਹੀਂ। ਕਿਤੇ ਮੇਰੀਆਂ ਨਜ਼ਰਾਂ ਨਾਲ ਵੇਖੋ, ਆਖਰੀ ਪਲ ਸਨ ਜ਼ਿੰਦਗੀ ਦੇ। ਨਮਸਕਾਰ ਉਸ ਪਿਆਰੀ ਆਤਮਾ ਨੂੰ ਵੀ। ਉਹ ਕਹਿੰਦੇ, ਮੇਰੀਆਂ ਅੱਖਾਂ ਨਾਲ ਵੇਖੋ ਮੁਤੱਸਬੀਓ, ਗੁਰੂ ਗੋਬਿੰਦ ਸਿੰਘ ਬਾਹਾਂ ਉਲਾਰ ਕੇ ਮੈਨੂੰ ਛਾਤੀ ਨਾਲ ਲਾਉਣ ਵਾਸਤੇ ਉਤਾਵਲੇ ਨੇ। ਜਿਨ੍ਹਾਂ ਨੇ ਸਿਫਤ ਕੀਤੀ ਉਹ ਅਮਰ ਹੋ ਗਏ। ਇਸ ਵਾਸਤੇ ਸਾਨੂੰ ਕਈ ਵਾਰੀ ਇਦਾਂ ਜਾਗਦਾ ਵੀ ਸਾਨੂੰ ਜ਼ੁਬਾਨ ਉਧਾਰੀ ਮੰਗਣੀ ਪੈਂਦੀ ਜੀ ਅੱਲਾ ਯਾਰ ਖਾਂ ਜੋਗੀ ਤੋਂ,
क्योंकि वो जदों भी बयान करता है वो सतगुरु जी नूं इदां पेश करता है जिवें उहदी सुरत अखां नाल उस मंजर नूं वेख रही होवे। पास्ट विच नहीं बयान करता, प्रेजेंट विच बयान करता। तारों की छाओं में किले से सतगुर रवां हुए। वो 1704 सी ते जे सुरत टिक गई ते तुसीं ਸਰੋਤੇ नहीं रहोगे, तुसीं नाल पात्र बन के उस सफ़र दे नाल नाल तुरोगे। जड़ा गुरु ने आप बल बख्श के उद्यम करवाया ना जी, उही रात उसे जगह ते जिहड़ी कल वाली रात आनी है, मां जी ते साहिबजादे बाबा कुम्मे माशकी दी शान बैठे सी, आनी है जिहड़ी कल 21 दसंबर नूं। फिर 8 पोह नूं गंगू अपने पिंड लै आया सी, परसों वाली जिहड़ी रात आनी है। फिर जिहड़ी चौथे दी रात आनी है 9 पोह नूं उदन कोतवाली पहुंचा दिता सी, ते 5वीं जिहड़ी रात आनी है 10 पोह दी उदन फिर ठंडे बुरज विच पहुंचाया सी। उही रात उसे जगह जिथे मेरे सतगुरु जी दे जिगर दे टुकड़े बैठे सी ना, ते सच्ची मुच्ची तुहाडे अंदरों अनुभव उठेगा कि तुसीं भी अज मां गुजरी जी दे चरनां च उदां ही बैठे हो जिद्दां मां गुजरी कोल बाबा जोरावर सिंह ते बाबा फतेह सिंह बैठे सी। और बड़ा माण महसूस हुंदा है जदों ये अनुभव हुंदा है कि मां उदन ते तेरे 2 लाल बैठे सी ना, अज सारा पंथ तेरी गोद विच आके बैठा है। तां मैं कहंदा पाठक बन के, ਸਰੋਤੇ बन के नहीं, पात्र बन के नाल नाल चलिओ। जिवें तुसीं उन्हां पलां नूं जीउ रहे होवो, जिवें तुसीं भी किले तो तुर रहे होवो। तारों की छांव में किले से सतगुर रवां हुए, कस के कमर सवार सारे जवां हुए। कुछ आगे ले निशान, निशान साहब लैके, कुछ आगे ले निशान शेरे जियां हुए। कुछ पीछे जा निसार सतगुर दरमियां हुए। चारों पिसर हजूर के हमराह सफर थे। सफर विच हमराह मतलब चारे पुत्र सतगुरु जी दे नाल नाल चल रहे ने। अज दी रात ते जिहड़ी 7 पोह दी सवेर आई, कल वाला जिहड़ा दिन, फिर चारे खेरू खेरू हो गए, जोड़ा जोड़ा हो गए, सारा सरबंस बिखर गया। अज दी रात इकट्ठे ने चारों पिसर हर हजूर के हमराह सफर थे। फतेह सिंह जोरावर अजीत और जुजार थे। श्री कीरतपुर साहब तक सच्चे पातशाह महाराज जी का सारा काफला बड़े सहज नाल आया, पर जदों शाही टिब्बी दे कोल पहुंचिया, महाराज नूं पता सी भी हमला होना है। गुरु साहब जी ने पिछली बाही नूं बहुत मजबूत रखिया सी। पिछे भाई साहब भाई जीवन सिंह जी, भाई जैता जी जिन्हां दा कदी नां सी, वो सूरमे बड़े बली योधे सन। साहबजादा बाबा अजीत सिंह जी पिछली बाही ते ने, भाई साहब भाई बचित्र सिंह जी पिछली बाही ते ने। उस बाही नूं बड़ा करड़िया रखिया। अगले पासे सच्चे पातशाह जी आप ने, पंजे प्यारे ने, भाई उदय सिंह हजूर दे नाल ने, भाई आलम सिंह नाल ने। तो पिछली बाही तो हल्ला होया ते ये जांबाज योधिया ने, बाबा अजीत सिंह जी बड़े मुहिम्मा इकल्ले ही मुहिम्मा सर के और करके आउंदे सी। बड़ा तेजस्वी नूर सी उन्हां दे चेहरे ते। कदी उन्हां दे जीवन नूं पढ़ो, बड़े महाबली योधे सन। भाई जीवन सिंह जी होरा ठल पा दित्ती दुश्मन दे हल्ले नूं ते सच्चे पातशाह जी अद्धी रात टप गई, सरसा दे किनारे तक पहुंच गए। यही रात जिहड़ी आ रही है, मेरी हथ जोड़ के बेनती है, पोह दी सीत जदों हड्डां नूं कांबा छेड़दी है ना जी, उदों सरसा दा तट अपनी सुरत च लियाओ। उदों चमकौर दी गढ़ी, उदों माछीवाड़े दी कंडियाली सेज, उदों ठंडे बुरज दियां सीत रातां, 140 फुट उच्चा मीनार। एक एक छिन गुरु के सिखो। ये पोह दी ठंड तुहाडा सिमरना बन जाए, सिमरना तुहानूं याद दवाए उन्हां प्यारियां दी, जाना कुर्बान करन वालियां दी, सिर वेचण वालियां दी। आन पहुंचे सतगुरु सरसा नदी के पास, थी चाहत के बुझाएं 12 पहर की प्यास, करके इश्नान और बदल के नया लिबास,
वाहिगुरु का नाम जपें और करें सापास, शुकराना। सापास मतलब शुकराना। हैरानी है साध संगत, घर खुस गया, खुशियां खेड़े हासे परिवार सब कुछ जोखम च है, मौत सिर ते मंडरा रही है, दुश्मन का हड़ आया पिया, अगे सरसा हड़ी हुई है। ते इस विपता दे अंदर जदों सब कुछ कोलों खेरू खेरू हो रहा, महाराज कहंदे चौंकड़े मारो ते शुकराने च जुड़ो। सिक्ख्या पल्ले बन्नांगे। सानू सिखाया कि सतगुरु जी ने कि सिक्खी बिजनस नहीं है, स्वर्ग लैन दा, सुख लैन दा, जिद्दां दा असीं समझी बैठे हाँ। सिक्खी ते सिर वेचन दा रस्ता है। पहला मरण कबूल, जीवन की छड़ आस, जो तो प्रेम खेलन का चाओ, ये पहली शर्त है। सिर धर तली गली मेरी आओ। महाराज कहते शुकराने च जुड़ो। जपजी का जाप इस घड़ी करना जरूर था, जरूर था, क्योंकि हुण दृढ़ करना है, इस वेले दृढ़ करना है। जदों मुसीबतां दा हड़ टुटिया होया ते इस वेले विसारना नहीं, हुण चेते करना है, हुण पढ़ना सारियां ने रल के, केतियां दुख भूख सद मार ये पिदात तेरी। पढ़िया ना जपजी साहब, मां गुजरी जी ने भी पढ़िया ठंडेपुर च, ते आख्या तेरी दात है पातशाह, ये दुख भी तेरी दात है, ये भुख भी तेरी दात है, ये समय दी मार भी तेरी दात है। ते सिखां नूं सिखाया कि भोलिओ एवें ना भटक जाए उस समय दे हालात वेख के। गुरु दे प्यार वाले सिख जाना हूल के मुकाबला कर रहे हैं। गुरु वाले पासे दुश्मन नूं कदम नहीं पुट्टन दिता जी। ते सतगुरु सिखा रहे ने जपजी का जाप इस घड़ी करना जरूर था, पढ़ के गुरु ग्रंथ को भरना जरूर था। वेखो मैं हैरान हुंदा, अपनियां जानां दी परवाह नहीं, गुरु दी आन बान शान वास्ते सिख कुर्बान हो गए। दुश्मन नूं गुरु वल वधन नहीं दिता। भाई मती दास सती दास दयाला जी पहला कुर्बान हुए, फिर दुश्मन गुरु वल वधिया। सानू महाराज ने ना ये सिखां ने, गुरु साहब ने मार्ग दिखाया जी कि गुरु की शान वास्ते जिंदगी कुर्बान की जा सकती है। तो यह भी सिखाया कि गुरु की शान वास्ते, गुरु की पत वास्ते, गुरु की शोभा वास्ते, गुरु की मान वडियाई वास्ते कोई जालम चढ़ के आए तो जिंदगी लई भी जा सकती है। बड़ी चर्चा लोगों च हो रही है। कुछ लोग नैगेटिव सोचते, इदा भी सोच रहे होणगे कि जिन्हों ने गुरु वाल हाथ वधाउण दा यतन किया, उन्हों के गले क्यों कट दिते। सत संगत, तुसी इतिहास नूं वेखो ना, राजा केसरी चंद 1.5 लाख फौज लैके आनंदपुर साहब टुकिया, ते वो ये दावा करके तुरिया, मद मस्त हाथी 10 हाथियों के बल वाला अगे लाया, उन्होंने लोहे च मड़िया, ਉਹਦੀ ਸੁੰਡ ਨਾਲ 2 ਧਾਰਾ ਖੰਡਾ ਬੰਨਿਆ कि फनाह कर देगा सिखां नूं, किला आनंदगढ़ का दरवाजा तोड़ देगा, तो अज मैं गुरु गोबिंद सिंह महाराज नूं खत्म कर देंगा। ये सोच के वधदा है। तो भाई उदय सिंह जी, भाई बचित्र सिंह जी जाते ने, ना हाथी बचदा ते ना राजा उदय सिंह बचदा, अजे सोच के ही तुरिया सी, नेड़े नहीं अजे पहुंचिया। उस केसरी चंद के राजे का सिर वड्डिया ते गुरु साहब जी के चरणों च लिया के सुट दिता। महाराज मंजे ते बैठे सन, चरणों च जुत्ती पा के, ते जुत्तियां जोड़ियां दी नोक विच लिया के सुटिया। इनू रवायत कहंदे आ, इनू खालसे दी कायम कीती मर्यादा कहंदे आ। साध संगत, हाले सोच के तुरिया सी कि मैं गुरु साहब जी नूं जाके नुकसान पहुंचावांगा, ते एक कदम अगे नहीं वधन दिता सिंघां ने। हुण साध संगत की करिए, कौमां दे सुभाਅ बोलदे हुंदे आ। बुजदिल ते कायर चतुराइयां दे सहारे लैंदे आ, जांबाज ते योधे अपनियां परंपरावां पालदे आ। महाराज जी सरसा के तट ते बैठे ते सिंह ताकत दा पहाड़ बन के दुश्मन नूं रोकी खड़े आ। सतपोह दा अमृत वेला था, सर पे वक्त आ गया आसा की वार का।
साजों के जोरो भंब और चढ़ा उतार का, मनसा था कलगी धर के दिले बेकरार का, मौका मिले तो कर ले भजन किरदगार का। गह गच जंग हुई, अमृत वेला संभालिया, विपता विच भी अमृत वेला, ते नितनेम ना छुटिया। सरसा पार कीती, परिवार खिंड गया। गुरु महल किसे पासे ने, उन्हां नाल भाई मनी सिंह जी होरी ने, भाई धन्ना सिंह, जवाहर सिंह दिल्ली वासी, एक रात रोपड़ कट के ਉੱਚਾ ਖੇੜਾ ਮਹੱਲਾ ਰਾਮ ਸ਼ਰਨ ਖੱਤਰੀ ਦੇ ਘਰ, ਜਿਹੜੇ ਭਾਈ ਜਵਾਹਰ ਸਿੰਘ ਦੇ ਰਿਸ਼ਤੇਦਾਰ ਸਨ। ਤੇ ਫਿਰ 8 ਪੋਹ ਨੂੰ ਭਾਈ ਮਨੀ ਸਿੰਘ ਜੀ ਹੋਰਾਂ ਦੇ ਨਾਲ ਮਾਤਾ ਸੁੰਦਰ ਕੌਰ, ਸਾਹਿਬ ਕੌਰ ਦਿੱਲੀ ਨੂੰ ਚਲੇ ਗਏ। ਹਜ਼ੂਰ ਕਲਗੀਧਰ ਪਾਤਸ਼ਾਹ ਨਿਹੰਗ ਖਾਂ ਦੇ ਘਰ ਠਹਿਰ ਕੇ ਭਾਈ ਬਚਿੱਤਰ ਸਿੰਘ ਜੀ ਹੋਰਾਂ ਨੂੰ ਉੱਥੇ ਛੱਡ ਕੇ, ਜਿਹੜੇ ਬਹੁਤ ਜ਼ਖਮੀ ਸਨ, ਸ਼ਹੀਦੀ ਦਾ ਵਕਤ ਨੇੜੇ ਸੀ, ਉੱਥੇ ਛੱਡਿਆ। ਸ਼ਹੀਦ ਹੋਏ। ਬੀਬੀ ਮੁਮਤਾਜ਼ ਨੇ ਟਹਿਲ ਕੀਤੀ। इस प्यारे खुदा प्रस्त रब दे बंदे ने, क्योंकि गुरु दा जंग किसी मजहब के विरुद्ध नहीं, जुल्म के विरुद्ध सी, जुल्म के विरुद्ध है ते जुल्म के विरुद्ध रहेगा। सतपोह की शाम नूं सतगुरु जी चमकौर साहब पहुंच गए। जिस खित्ते में कहते थे आना ये वही है बेटों को यहां कटाना ये वही है लुट के यहां से जाना ये वही है, मिट्टी कह देती है ठिकाना ये वही है। कलगियां वाले पातशाह प्यारे सिंघां नाल बचन करते, साध संगत पाठ होया रहरास साहब दा। कुछ खाक पे सो गए जी पोश बिछाकर, कुछ पहरा लगे देने तलवार उठाकर। गोविंद भी शाबाश हुए खेमे में जाकर, जब देखा तो बैठे हैं गर्दन झुकाकर। है वाहिगुरु मुंह से निकलता है, तू ही तू मुंह से निकलता। इस धुन विच जब 1.5 घड़ी रात गुजरी, जिक्रे खुदा में खेमे से निकल आए सरकार हवा में। कदमों से टहलते हैं मगर दिल है दुआ में, कहते हैं खुदावंद हूं खुश तेरी रजा में। करतार से कहते हैं गोवा रूबरू होकर, कल जाऊंगा चमकौर से सुरखरू होकर। ते 8 पोह दा शहीदियां दा दिहाड़ा आ गया। 22 दसंबर श्री चमकौर साहब वड्डे लालां दियां शहीदियां। हाजरियां भरियो, बड़ा जरूरी है, क्योंकि एक ही तीर्थ है हिंद में यात्रा के लिए, कटाए बाप ने बेटे यहां खुदा के लिए। अल्लाह जार खान जोगी कहते दुनिया उत्ते एक सूरज संसार नूं रोशना रहा, पर ऐ चमकौर साहब की धरती, तेरे जर्रे जर्रे विच करोड़ां सूरजां तो वड्डा प्रताप है, क्योंकि तेरे कणां दे अंदर गुरु गोबिंद सिंह जी दे जिगर दे टुकड़ियां दा खून रचिया होया। चमक है मेर की चमकौर तेरे जर्रों में, यहीं से सितारे बन के गए आसमां के लिए। शाम तक लाल शहीद हो गए, 3 प्यारे शहीद होए। 5 सिंह महाराज कोल, जिन्हां ने कहा सतगुरु जी तुसी चमकौर दी गढ़ी च चले जाओ, ते हजूर माछीवाड़ा पहुंचे। उधर धन मां गुजरी जी 7 पोह दी शाम नूं 21 दसंबर सफर शहीदी तक दा, तां करके उस सफर नूं, उस पैंडे नूं सफरे शहादत कहा जाता है। वो रस्ते का भी नाम सफरे शहादत मार्ग है। साध संगत, मैं धन्नवादी हाँ संस्था का, श्रोमणी गुरुद्वारा प्रबंधक कमेटी अपनी कौम की संस्था का, जिन्हों ने मैनू ये अधिकार दिता, ये सेवा दी, ते सारी गुरसिखां ने रल के एक काफला बन के उथों सफ़र आरंभ किया। बड़ा निघा एहसास हुंदा है मां गुजरी जी दे नाल नाल चलण दा। ਜਿਹੜੇ ਸਮਾਗਮ ਨੇ ਨਾ ਸਫਰੇ ਸ਼ਹਾਦਤ ਦੇ ਕੱਲ ਤੋਂ ਸ਼ੁਰੂ ਹੋਣੇ, ਤੁਸੀਂ PTC ਸਿਮਰਨ ਦੇ ਉੱਤੇ 8 ਵਜੇ ਤੋਂ ਵੇਖ ਸਕਦੇ ਹੋ ਸਾਰੇ। ਉਸ ਤੋਂ ਬਾਅਦ ਫਿਰ PTC ਨਿਊਜ਼ ਤੇ ਵੀ ਲਾਹੇ ਜ਼ਰੂਰ ਲਿਓ ਘਰਾਂ 'ਚ ਬੈਠੇ। ਮਾਂ ਗੁਜਰੀ ਜੀ ਪਹਿਲੀ ਰਾਤ ਕੱਟਦੇ ਆ ਸਰਸਾ ਦੇ ਕਿਨਾਰੇ ਤੇ, ਫਿਰ ਸਹੇੜੀ ਗੰਗੂ ਆਪਣੇ ਘਰ ਲੈ ਕੇ ਜਾਂਦਾ 9 ਪੋਹ ਦੀ ਰਾਤ 22 ਦਸੰਬਰ। फिर कैद करवांदा है, तो वह कोतवाली की कोठड़ी अज भी मौजूद है मोरिंडे दे विच। 9 पोह
23 ਦਸੰਬਰ ਤੇ ਫਿਰ 24 ਦਸੰਬਰ 10 ਪੋਟ ਠੰਡੇ ਬੁਰਜ ਦੇ ਅੰਦਰ 3 ਰਾਤਾਂ ਮੇਰੇ ਸਤਿਗੁਰੂ ਜੀ ਦੇ ਲਾਲ ਤੇ ਮਾਂ ਜੀ ਕੈਦ ਰਹਿੰਦੇ ਆ। ਮੈਂ ਤਾਂ ਅਰਜ਼ ਕਰਦਾ ਹੁੰਦਾ, ਜਦੋਂ ਆਪਣੇ ਬੱਚਿਆਂ ਨੂੰ ਨਿੱਘ 'ਚ ਛਾਤੀ ਨਾਲ ਲਾਉਂਦੇ ਹੋ ਨਾ, ਉਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਨੂੰ ਸਿਮਰ ਲਿਆ ਕਰੋ। ਵਾਹਿਗੁਰੂ ਤੁਹਾਨੂੰ ਸੁੱਖ ਦੇਵੇ। ਜਦੋਂ ਇਹਨਾਂ ਦੇ ਮੂੰਹ ਵਿੱਚ ਬੁਰਕੀਆਂ ਪਾਉਂਦੇ ਹੋ ਨਾ, ਉਦੋਂ ਭੁੱਖੀਆਂ ਕੱਟੀਆਂ ਰਾਤਾਂ ਜ਼ਰੂਰ ਯਾਦ ਕਰ ਲਿਆ ਕਰੋ। ਤੇ ਜਦੋਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦੀ ਯਾਦ ਆਏਗੀ, ਉਦੋਂ ਤੁਹਾਡੇ ਬੱਚਿਆਂ ਦੇ ਖੂਨ ਵਿੱਚ ਵੀ ਸਿੱਖੀ ਦਾ ਰੰਗ ਚੜ੍ਹੇਗਾ। ਮਾਂ ਗੁਜਰੀ ਚੇਤੇ ਆਏਗੀ, ਫਰਜ਼ ਚੇਤੇ ਆਉਣਗੇ। ਸੋ ਅੱਜ ਦਾ ਦਿਨ ਬੜਾ ਇਤਿਹਾਸਕ ਦਿਨ ਹੈ। ਇਹ ਪੋਹ ਦਾ ਮਹੀਨਾ, ਮੈਂ ਇਹ ਨਹੀਂ ਕਹਿੰਦਾ ਬਾਕੀ 11 ਮਹੀਨੇ ਭੁੱਲ ਜਾਣਾ, ਇਹਨੂੰ ਰਿਹਰਸਲ ਬਣਾ ਲਓ ਕਿ ਸਾਨੂੰ ਇੱਕ ਸਾਹ ਕਲਗੀਆਂ ਵਾਲਾ ਸਾਹਿਬ ਨਾ ਵਿਸਰੇ। ਇੱਕ ਬੇਨਤੀ ਹੋਰ ਕਰਕੇ ਮੈਂ ਸ਼ਬਦ ਵੱਲ ਆਵਾਂ, ਕਿਉਂਕਿ ਵਿਥਿਆ ਹੀ ਸਿਰ ਵੇਚਣ ਵਾਲਿਆਂ ਦੀ ਸੀ ਨਾ। 25 ਦਸੰਬਰ ਆਪਣੇ ਬੱਚਿਆਂ ਨੂੰ ਪੁੱਛੋ, 25 ਦਸੰਬਰ ਉਹ ਬੜੇ ਖੁਸ਼ ਨੇ, ਛੁੱਟੀ ਹੈ। ਕਾਹਦੀ ਛੁੱਟੀ ਹੈ? ਕ੍ਰਿਸਮਸ ਦੀ ਛੁੱਟੀ ਹੈ। ਮੁਬਾਰਕ, ਹਰ ਧਰਮ ਨੂੰ ਉਹਨਾਂ ਦੇ ਦਿਹਾੜੇ, ਉਹਨਾਂ ਦੇ ਇਤਿਹਾਸ ਮੁਬਾਰਕ। ਪਰ ਸਾਡੇ ਬੱਚੇ ਟੌਫੀਆਂ ਦੇ ਸਵਾਦਾਂ 'ਚ ਨਾ ਡੁੱਬ ਜਾਣ, ਰੰਗ ਤਮਾਸ਼ਿਆਂ ਵਿੱਚ ਨਾ ਡੁੱਬ ਜਾਣ। ਬੱਚਿਆਂ ਨੂੰ ਗਲ ਨਾ ਲਾਓ। 25 ਦਸੰਬਰ ਨੂੰ ਚੇਚੇ ਬਿਠਾ ਲਓ ਉਹਨਾਂ ਦੀ ਸੁਰਤ ਨੂੰ ਠੰਡੇ ਬੁਰਜ ਨਾਲ ਜੋੜਨ ਵਾਸਤੇ, ਕਿ ਜਦੋਂ ਬਾਲ ਟੌਫੀਆਂ ਲੱਭਦੇ ਫਿਰਦੇ ਆ, ਉਦੋਂ ਮੇਰੇ ਕਲਗੀਆਂ ਵਾਲੇ ਸਾਹਿਬ ਦੇ 9 ਤੇ 7 ਸਾਲ ਦੇ ਲਾਲ ਨੀਹਾਂ ਪੱਕੀਆਂ ਕਰ ਰਹੇ ਸੀ, ਧਰਮ ਦੀਆਂ ਜ਼ਿੰਮੇਵਾਰੀ ਨਿਭਾ ਰਹੇ ਸਨ, ਪੰਥ ਨੂੰ, ਸਮੁੱਚੇ ਖਾਲਸਾ ਪੰਥ ਨੂੰ ਰੀਪ੍ਰਜੈਂਟ ਕਰ ਰਹੇ ਸਨ। 9 ਤੇ 7 ਸਾਲ ਦੇ ਸਾਡੀ ਕੌਮ ਦੇ ਨਾਇਕ। ਸਿਖਾਓ ਨਾ ਉਹਨਾਂ ਨੂੰ ਵੀ ਸਾਡੇ ਹੀਰੋ ਨੇ, ਉਹ ਸਾਡੇ ਨਾਇਕ ਨੇ। ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ, ਸਾਰੀਆਂ ਕੌਮ ਦੀਆਂ ਸੰਸਥਾਵਾਂ, ਲਿਟਰੇਚਰ ਵੰਡੋ। ਸ਼੍ਰੀ ਅੰਮ੍ਰਿਤਸਰ ਸਾਹਿਬ 'ਚ ਬੜਾ ਪਿਆਰਾ ਉੱਦਮ ਹੋ ਰਿਹਾ। ਮੈਂ ਲਗਾਤਾਰ ਪੜ੍ਹ ਰਿਹਾ ਸੋਸ਼ਲ ਮੀਡੀਆ 'ਤੇ, ਬਹੁਤ ਸੰਸਥਾਵਾਂ ਲੱਗੀਆਂ ਹੋਈਆਂ। ਮੈਂ ਕੌਮ ਦੀਆਂ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਕਰਦਾ, ਮਿਸ਼ਨਰੀ ਕਾਲਜਾਂ ਨੂੰ, ਸਟੱਡੀ ਸਰਕਲ ਨੂੰ, ਸੰਤ ਮਹਾਂਪੁਰਖਾਂ ਨੂੰ, ਅਕਾਲ ਪੁਰਖ ਕੀ ਫੌਜ ਸੰਸਥਾ ਬਹੁਤ ਲਿਟਰੇਚਰ ਵੰਡਦੀ, ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ। ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ, ਜਿੰਨੇ ਗੁਰਮੁਖ ਰੂਹਾਂ ਨੇ, ਸਾਰੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ, ਸ਼੍ਰੀ ਫਤਿਹਗੜ੍ਹ ਸਾਹਿਬ ਦਾ ਸੇਵਾਦਾਰ ਹੋਣ ਦੇ ਨਾਤੇ ਨੇ ਇੱਕ ਸੁਨੇਹਾ ਉੱਥੋਂ ਪਿਛਲੇ ਦਿਨਾਂ ਤੋਂ ਦਿੱਤਾ ਸੀ ਕਿ ਤੁਹਾਡੀ ਕੌਮ ਦਾ ਇਹ ਤਿਉਹਾਰ ਹੈ 25 ਦਸੰਬਰ, ਡੁੱਲੇ ਲਹੂ ਦੀ ਵੰਗਾਰ, ਸਾਡਾ ਵਿਰਸਾ ਸਾਡਾ ਪਰਿਵਾਰ। ਇਹ ਹੈਡਿੰਗ ਲਾਓ ਤੇ ਸਵਾਲ ਪੁੱਛੋ ਵੀ ਸਾਡਾ ਪਰਿਵਾਰ ਕਿੱਥੇ ਖੜਾ ਤੇ ਸਾਡਾ ਵਿਰਸਾ ਕੀ ਹੈ, ਤਾਂ ਕਿ ਬੱਚੇ 25 ਦਸੰਬਰ ਨੂੰ ਸੁਰਤ ਕਰਕੇ ਗੁਰੂ ਲਾਲਾਂ ਦੀ ਕੁਰਬਾਨੀ ਵੱਲ ਧਿਆਨ ਕਰ ਸਕਣ। ਬਹੁਤ ਵੱਡੀ ਜ਼ਿੰਮੇਵਾਰੀ ਹੈ ਤੁਹਾਡੀ, ਜਿਨ੍ਹਾਂ ਨੇ ਸਾਡੀ ਝੋਲੀ 'ਚ ਫਰਜ਼ ਪਾਇਆ ਸੀ ਕਿ हम जान दे के औरों की जानें बचा चले, सिक्खी की नींव सरों पे उठा चले, सिंगों की सल्तनत का पौधा लगा चले। बूटा लाया, सांभिओ हुण तुसीं। तो महाराज ने साडे ते अज किरपा कीती है, जिथे इतिहास का दिहाड़ा है, शुरुआत है। बहुत जरूरी है तुहाडी सुरत उस मुकाम ते पहुंचे, उन्नी उच्ची जावे जिन्ना ठंडे बुरज का किरदार उच्चा बनिया सी, जिन्ना चमकौर दी बड़ी गढ़ी का इखलाक उच्चा बनिया सी, उन्नी उच्ची सुरत। आओ शब्द नाल सुरत जोड़िए, प्यार विच आखो सतनाम श्री वाहिगुरू। सतनाम श्री वाहिगुरू साहिब जी। सूही महला चौथा। हर हर नाम भजियो पुरखोतम, सब बिन से दालद दलगा। पौ जन्म मरना मिटियो गुर सबदी, हर अस्थिर सेव सुख समगा। परमेश्वर का नाम, वाहिगुरू जी की याद, जिवें बाहर जंग करके दुश्मन जिते ना जी, साडे अंदरों दलिद्र आदਿਕ दल ने जड़े विकारां दे, वो जितन की शक्ति दिंदा है। ते भौ है ना, जड़ा जन्म मरण का डर है, वो सारा बिनस जाता है, अस्थिर पदवी मिलती है। मेरे मन भज राम नाम अत पिरगा,
ਮੈਂ ਮਨ ਤਨ ਅਰਪ ਧਰਿਓ ਗੁਰ ਆਗੈ, ਸਿਰ ਵੇਚ ਲਿਓ ਮੁੱਲ ਮਹਿਗਾ। हे ਮੇਰੇ ਮਨ, ਵਾਹਿਗੁਰੂ ਬੜਾ ਪਿਆਰਾ ਹੈ, ਵਿਸਾਰੀ ਨਾ, ਬੜਾ ਆਤਮਕ ਬਲ ਮਿਲੇਗਾ। ਠਾਕੁਰ ਗਾਈਐ ਆਤਮ ਰੰਗ, ਸ਼ਰਨੀ ਪਾਵਨ, ਨਾਮ ਧਿਆਵਨ। ਫਿਰ ਸੂਰਮ ਗਤੀ ਵਾਲੀ ਅਵਸਥਾ ਮਿਲੇਗੀ। ਜਾਂ ਕੋ ਹਰ ਰੰਗ ਲਾਗੋ ਇਸ ਯੁਗ में, ਉਹ ਹਰ ਰੰਗ ਵਿੱਚ ਆਪਣੇ ਜੀਵਨ ਨੂੰ ਰੰਗੀ। ਜਿਹੜਾ ਰੰਗ ਫਿਰ ਉਤਰਦਾ ਨਹੀਂ। ਸੂਰਮਿਆਂ ਦੇ ਕਾਇਆ ਰੂਪੀ ਕੱਪੜੇ ਲੀਰ ਲੀਰ ਹੋ ਗਏ, ਪਰ ਰੰਗ ਨਹੀਂ ਉਤਰਿਆ। ਸਾਧ ਸੰਗਤ, ਕਾਇਆ ਕਾਪੜ ਚੀਰ ਬਹੁ ਫਾਰੇ, ਰੰਗ ਨਾਲ ਹੈ ਸੁਭਾਗਾ। ਸੋ ਦਿਆਲੂ ਮਿਹਰਬਾਨ ਪਾਤਸ਼ਾਹ ਜੀ ਬਖਸ਼ਿਸ਼ ਕਰਦੇ। ਕਹਿੰਦੇ ਮੈਂ ਆਪਣਾ ਆਪਾ, ਆਪਣਾ ਨਿੱਜ, ਆਪਣਾ ਮਨ ਤਨ ਗੁਰੂ ਅੱਗੇ ਮਹਿੰਗੇ ਮੁੱਲ ਵੇਚ ਲਿਆ ਹੈ। ਰਹਾਉ ਨਰਪਤ ਰਾਜੇ ਰੰਗ ਰਸ ਮਾਨ ਹੈ, ਬਿਨ ਨਾਮੈ ਪਕੜ ਖੜੇ ਸਭ ਕਲਗਾ। ਧਰਮ ਰਾਏ ਸਿਰ ਡੰਡ ਲਗਾਨਾ, ਫਿਰ ਪਛਤਾਨੇ ਹੱਥ ਫਲਗਾ। ਗੱਲ ਇਹ ਨਹੀਂ ਕਿ ਸੰਪਤੀ ਕਿੰਨੀ ਕੁ ਹੈ, ਪਦਾਰਥ ਕਿੰਨੇ ਨੇ। ਬੜੇ ਬੜੇ ਰਾਜੇ ਆਤਮਕ ਮੌਤੇ ਮਰ ਗਏ, ਤੇ ਜਦੋਂ ਜਮਾਂ ਨੇ ਫੜਿਆ ਸਿਰ ਤੇ ਜਮਾਂ ਦਾ ਡੰਡਾ ਵੱਜਿਆ, ਤੇ ਫਿਰ ਉਹ ਪਛਤਾਏ। ਸਾਧ ਸੰਗਤ, ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਂ ਲੱਗ ਗਿਆ। ਗੱਲ ਇਹ ਨਹੀਂ ਕਿ ਸਾਡੇ ਕੋਲ ਸੰਪਤੀ ਕਿੰਨੀ ਹੈ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇ ਤੱਕ ਖਾਏ। ਜੇ ਸਵੈ ਮਾਨ ਤੇ ਗੈਰਤ ਗਵਾ ਕੇ ਜੀਵਿਆ, ਤੇ ਕੀ ਕਰਾਂਗੇ ਉਹ ਪਦਾਰਥਾਂ ਨੂੰ। ਸੋ ਐਸੇ ਰਾਜੇ ਫਿਰ ਜਮਾਂ ਦੀ ਮਾਰ ਸਹਿੰਦੇ, ਜਿਹੜੇ ਸਿਰਫ ਧਨ ਪਿੱਛੇ ਲੱਗੇ, ਸਵੈ ਮਾਨ ਸਿੱਖੀ ਗੈਰਤ ਧਰਮ ਆਚਾਰ ਗਵਾ ਬੈਠੇ, ਫਿਰ ਉਹ ਪਛਤਾਉਂਦੇ ਹਨ। ਹਰ ਰਾਖ ਰਾਖ ਜਨ ਕਿਰਮ ਤੁਮਾਰੇ, ਸਰਨਾਗਤ ਪੁਰਖ ਪ੍ਰਤ ਪਲਗਾ। ਦਰਸ਼ਨ ਸੰਤ ਦੇਹੋ ਸੁਖ ਪਾਵੈ, ਪ੍ਰਭ ਲੋਚ ਪੂਰ ਜਨ ਤੁਮਗਾ। ਹੇ ਪਾਤਸ਼ਾਹ ਜੀ, ਤੁਹਾਡੀ ਸ਼ਰਨ ਵਿੱਚ ਹਾਂ। ਆਪਣੇ ਨਾਮ ਦੀ ਦਾਤ ਬਖਸ਼ੋ, ਤੇ ਸਤ ਸੰਗਤ ਦਾ ਮਿਲਾਪ ਬਖਸ਼ੋ। ਨਾਮ ਜਪਣ ਵਾਲੀਆਂ ਰੂਹਾਂ ਦਾ ਮੇਲ ਕਰਾਓ। ਸਹੀ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਦਰਸ਼ਨ ਸੰਤ ਦੇਹੋ ਸੁਖ ਪਾਵੇ, ਪ੍ਰਭ ਲੋਚ ਪੂਰ ਜਨ ਤੁਮਗਾ। ਤੁਸੀਂ ਪੂਰੀ ਕਰ ਸਕਦੇ ਹੋ ਮਹਾਰਾਜ। ਜਿਨ ਕੇ ਚੋਲੇ ਰਤੜੇ ਪਿਆਰੇ। ਕੈਸਾ ਰੰਗ ਸੀ ਠੰਡੇ ਬੁਰਜ ਦੇ ਅੰਦਰ ਜੀ, ਕੈਸਾ ਰੰਗ ਸੀ ਚਮਕੌਰ ਦੀ ਗੜੀ ਦੇ ਅੰਦਰ। ਕੰਤ ਤਿਨਾ ਕੈ ਪਾਸ, ਤੇ ਅਸੀਂ ਸਾਰਿਆਂ ਨੇ ਧੂੜੀ ਮੰਗਣੀ। ਮੈਂ ਤਾਂ ਤੁਹਾਨੂੰ ਕਹਿੰਦਾ ਵੀ ਜ਼ਰੂਰ ਆਇਓ ਜੀ, ਤੇ ਆ ਕੇ ਕਹਿਓ ਧੂੜ ਤਿਨਾ ਕੀ ਜੇ ਮਿਲੈ ਜੀ, ਕਹੋ ਨਾਨਕ ਕੀ। ਮਹਾਰਾਜ, ਸਾਨੂੰ ਉਹਨਾਂ ਦਾ ਸੰਗ, ਉਹਨਾਂ ਦੇ ਚਰਨਾਂ ਦੀ ਧੂੜ ਬਖਸ਼ਿਸ਼ ਕਰੋ। ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸੁਆਮੀ, ਮੋਕੋ ਕੀਜੈ ਦਾਨ ਹਰ ਨਿਮਗਾ। ਜਨ ਨਾਨਕ ਨਾਮ ਮਿਲੈ ਸੁਖ ਪਾਵੈ, ਹਮ ਨਾਮ ਵਿਟੋ ਸਦ ਘੁਮਗਾ। ਇੱਕ ਨਿਮਖ ਮਾਤਰ ਤੇਰੇ ਨਾਮ ਦਾ ਰਸ ਮਿਲੇ, ਨਾਮ ਮਿਲੇਗਾ ਤੇ ਸੁਖ ਪਾਵਾਂਗਾ। ਹੇ ਸੱਚੇ ਪਾਤਸ਼ਾਹ, ਤੇਰੇ ਨਾਮ ਤੋਂ ਕੁਰਬਾਨ ਜਾਂਦੇ ਆ, ਵਾਰਨੇ ਜਾਂਦੇ ਆ। ਮਹਾਰਾਜ ਦਇਆ ਕਰਨ ਪਾਤਸ਼ਾਹ, ਸਾਡੀ ਸੁਰਤ ਉੱਚੀ ਹੋਵੇ, ਸਾਡਾ ਇਤਿਹਾਸ ਸਾਡਾ ਗੌਰਵ ਬਣੇ। ਅਸੀਂ ਪ੍ਰੇਮ ਰੰਗ ਵਿੱਚ ਰੱਤੇ ਸਿੱਖੀ ਨੂੰ ਅਪਣਾ ਸਕੀਏ, ਤੇ ਫਿਰ ਸਿਰਾਂ ਤੇ ਆਰੇ ਚੱਲ ਕੇ ਵੀ ਸਿੱਖੀ ਛੁੱਟੇਗੀ ਨਹੀਂ। ਗੁਰਮੁਖੋ, ਤੁਹਾਨੂੰ ਸਿਰਫ ਬੇਨਤੀ ਕਰਨ ਵਾਸਤੇ ਆਏ ਹਾਂ, ਆਓ ਕੌਮੀ ਅਸਥਾਨਾਂ ਤੇ ਉਸ ਇਤਿਹਾਸ ਨੂੰ ਜਿਉਣ ਦਾ ਯਤਨ ਕਰੀਏ। ਇਹ ਮੇਰੀ ਅਰਜ਼ ਹੈ। PTC ਸਿਮਰਨ ਦੇ ਉੱਤੇ 8 ਵਜੇ ਤੋਂ ਤੁਸੀਂ ਕੱਲ੍ਹ ਤੋਂ ਸਾਰੇ ਸਮਾਗਮ ਦੇਖ ਸਕੋਗੇ। ਸੋ ਮਹਾਰਾਜ ਤੁਹਾਡਾ ਸਾਰਿਆਂ ਦਾ ਆਇਆ ਬੈਠਿਆ ਸਫਲ ਕਰੇ ਜੀ। ਭੁੱਲਾਂ ਬਖਸ਼ਣੀਆਂ, ਅਸੀਸ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸੁਆਮੀ, ਮੋਕੋ ਕੀਜੈ ਦਾਨ ਹਰ ਨਿਮਗਾ। ਜਨ ਨਾਨਕ ਨਾਮ ਮਿਲੈ ਸੁਖ ਪਾਵੈ, ਹਮ ਨਾਮ ਵਿਟੋ ਸਦ ਘੁਮਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।